किसान नूं तबाह करन जा रहे हो जी बिल्कुल। ਤਾਂ ਇਹਨਾਂ ਨੇ ਹੁਣ ਕਾਰਪੋਰੇਟ ਖੇਤੀ ਵਾਸਤੇ ਰਸਤਾ ਜਿਹੜਾ ਖੋਲ ਦਿੱਤਾ। ਮਤਲਬ ਕਿ ਅੱਗੇ ਜਿੱਦਾਂ ਲਾ ਲਓ ਕਿ ਇੱਕ ਲੈਂਡ ਸੀਲਿੰਗ ਐਕਟ ਆ, ਜੀ ਜੀ, ਕਾਨੂੰਨ ਕਿਸਾਨ ਦੇ ਹੱਕ ਦੇ ਵਿੱਚ ਬਹੁਤ ਵਧੀਆ ਸਨ। ਮੈਂ ਦੇਖੋ ਆਲੋਚਨਾ ਕਰਨ ਦੇ ਨਾਲ ਨਾਲ ਹਮੇਸ਼ਾ ਚੰਗੀਆਂ ਚੀਜ਼ਾਂ ਨੂੰ ਚੰਗਾ ਵੀ ਕਹਿਣਾ ਜੀ ਕਿ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਉਹਨਾਂ ਨੇ ਕੁਝ ਕਾਨੂੰਨ ਵਧੀਆ ਬਣਾਏ। ਜੀ ਹਾਲਾਂਕਿ ਕੁਝ ਕਾਨੂੰਨ, ਬਹੁਤ ਸਾਰੇ ਕਾਨੂੰਨ ਨਹੀਂ, ਕੁਝ ਕਾਨੂੰਨ ਵਧੀਆ ਸਨ। ਤਾਂ ਉਹਦੇ ਵਿੱਚ ਕੀ ਆ ਕਿ ਆਸਾਨੀ ਦੇ ਨਾਲ ਕੰਪਨੀਆਂ ਇਸ ਤਰ੍ਹਾਂ ਆ ਕੇ ਕਿਸਾਨਾਂ ਤੋਂ ਜ਼ਮੀਨਾਂ ਨਹੀਂ ਸਨ ਲੈ ਸਕਦੀਆਂ। ਹੁਣ ਇਹ ਜ਼ਮੀਨਾਂ ਜਿਹੜੀਆਂ ਉਹ ਲੈ ਸਕਦੀਆਂ ਨੇ। ਜਿੱਦਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਉਹ ਸਿੱਧੀਆਂ ਆ ਕੇ ਕੰਟਰੈਕਟ ਫਾਰਮਿੰਗ ਕਰਵਾ ਸਕਦੀਆਂ। ਹੁਣ ਜਿਹੜੀ ਮੈਂ ਤੁਹਾਨੂੰ ਦੱਸੀ ਕਿ ਮਨਸ਼ਾ ਉਹਨਾਂ ਦੀ ਆ, ਹੁਣ ਇਹਦੇ ਤੇ ਵੀ ਮੈਂ ਇੱਕ ਤੁਹਾਨੂੰ ਵੈਲਿਡ ਤਰਕ ਦੇ ਦੇਣਾ। ਉਹ ਕਹਿੰਦੇ ਆ ਕਿ ਉਸ ਸਮੇਂ ਗਰੋਥ ਰੇਟ ਜਿਹੜੀ ਘੱਟ ਸੀ ਕਿਸਾਨੀ ਦੀ। ਅੱਜ ਦੇ ਦੌਰ ਦੀ, ਮੈਂ ਅੱਜ ਦੀ ਗੱਲ ਕਰਾਂ ਨਾ, ਆਪਾਂ ਕੱਲ ਦੀ ਕਰਦੇ ਆ ਨਾ ਭਲਕੇ ਦੀ ਕਰਦੇ ਆ ਨਾ, ਅੱਜ ਦੀ ਕਰਦੇ ਆ ਆਪਾਂ ਜੋ ਕਰੰਟ ਸਿਨੈਰੀਓ ਹੈ। ਦੇਖੋ ਅੱਜ ਦੀ ਡੇਟ ਦੇ ਵਿੱਚ ਸਾਡੀ ਜਿਹੜੀ ਹੈਗੀ ਆ ਮੈਨੂਫੈਕਚਰਿੰਗ, ਉਹਦੀ ਗਰੋਥ ਰੇਟ ਮਾਈਨਸ 'ਚ ਆ। ਆ ਥੋੜੇ ਦਿਨ ਪਹਿਲਾਂ, 2-3 ਦਿਨ ਪਹਿਲਾਂ ਅੰਕੜੇ ਆਏ ਆ ਸਾਡੀ GDP ਦੇ। ਜੀ ਠੀਕ ਆ, ਮੈਨੂਫੈਕਚਰਿੰਗ ਸਾਡੀ ਜਿਹੜੀ ਸੀਗੀ ਗਰੋਥ ਰੇਟ ਉਹਦੀ ਉਹ ਚੱਲ ਗਈ ਮਾਈਨਸ 'ਚ। ਸਰਵਿਸ ਸੈਕਟਰ ਸਾਡਾ ਚੱਲ ਗਿਆ ਮਾਈਨਸ 'ਚ। ਜੀ ਤੁਹਾਨੂੰ ਪਤਾ ਸਾਡੀ ਖੇਤੀ ਕਿੱਥੇ ਖਲੋਤੀ ਹੈ? ਖੇਤੀ ਕਰਮਾਂ ਵਾਲੀ ਸਾਡੀ 5.9% ਦੇ ਰੇਟ ਤੇ ਹੈ। ਜੀ ਜੀ ਜੀ, ਜਿਹਨੂੰ ਕਹਿੰਦੇ ਆ ਕਿ ਇਹ ਲੁੜਕ ਗਈ, ਉਹ 6% ਦੀ ਗਰੋਥ ਰੇਟ ਤੇ ਹੈ। ਜੀ ਬਿਲਕੁਲ। ਇਹ ਜਿਹੜਾ ਚੌਥਾ ਕੁਆਟਰ ਨਿਕਲਿਆ ਨਾ ਫਾਈਨੈਂਸ਼ੀਅਲ ਈਅਰ ਦਾ, ਪਿਛਲੇ ਫਾਈਨੈਂਸ਼ੀਅਲ ਈਅਰ ਦਾ, ਉਹਦੀ ਮੈਂ ਗੱਲ ਕਰਦਾ ਵਾਂ। ਉਦੋਂ ਤੱਕ ਕਰੋਨਾ ਮਾਰ ਕਰ ਚੁੱਕਾ ਸੀਗਾ। ਜੀ ਬਿਲਕੁਲ। ਜੇ ਆਪਾਂ ਦੇਖੀਏ ਤਾਂ ਉਹਦੇ ਵਿੱਚ ਵੀ ਖੇਤੀ ਜਿਹੜੀ ਆ ਸਟੈਂਡ ਕਰ ਰਹੀ ਆ। ਜੀ ਉਹ ਪੋਜ਼ਿਟਿਵ ਹੀ ਨਹੀਂ ਹੈ, ਬਲਕਿ ਇੱਕ ਬਹੁਤ ਸ਼ਾਨਦਾਰ ਗਰੋਥ ਰੇਟ ਤੇ ਖੜੀ ਹੈ। ਜੀ ਬਿਲਕੁਲ। ਤੇ ਅੱਜ ਕਰੰਟ ਸਿਨੈਰੀਓ ਤੇ ਐਸੀ ਮੰਗ ਨਹੀਂ ਕਰਦਾ। ਹੁਣ ਅਸਲ ਕਹਾਣੀ ਜਿਹੜੀ ਆ ਪ੍ਰਵੀਨ ਜੀ ਇਹੋ ਆ ਕਿ ਜਿੱਦਾਂ ਹੁਣ ਕਿਸਾਨਾਂ ਨੂੰ ਇੱਕ ਸੁਪਨਾ ਦਿਖਾ ਦਿੱਤਾ ਗਿਆ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੰਟਰੈਕਟ ਕਰੋ, ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਜਾ ਕੇ ਫਸਲ ਵੇਚੋ। ਮੈਂ ਤੁਹਾਨੂੰ ਅਸਲੀਅਤ ਦੱਸ ਦਿੱਤੀ ਕਿ ਅੱਗੇ ਵੀ ਫਸਲ ਜਾਂਦੀ ਸੀਗੀ। ਮੇਰੇ ਪਿੰਡੋਂ, ਨਾਲ ਦੇ ਪਿੰਡ ਦੇ ਵਿੱਚੋਂ ਵੈਂਗਣ ਜਾਂਦੇ ਰਹੇ ਆ। ਵੈਂਗਣ ਇੱਥੇ ਇੱਕ ਫਾਰਮਰ ਫਾਰਮਿੰਗ ਕਰਦੇ ਸਨ, ਕੱਟਿਆਂ ਵਾਲੀ ਉਹਨਾਂ ਦਾ ਪਿੰਡ ਆ, ਤੇ ਕੈਂਟਰ ਭਰ ਕੇ ਦਿੱਲੀ, ਬੰਬੇ, ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਵੇਚਦੇ ਸਨ। ਕਦੇ ਕੋਈ ਐਸੀ ਬੰਦਿਸ਼ ਅਸੀਂ ਤੇ ਸੁਣੀ ਨਹੀਂ ਹੈ। ਹੁਣ ਇਹਨਾਂ ਨੇ ਨਵਾਂ ਜਿਹੜਾ ਚੋਚਲਾ ਕਰ ਦਿੱਤਾ ਕਿ ਨਹੀਂ ਜੀ ਅਸੀਂ ਓਪਨ ਮਾਰਕੀਟ ਦੇ ਰਹੇ ਹਾਂ ਕਿਸਾਨ ਨੂੰ। ਹੁਣ ਓਪਨ ਮਾਰਕੀਟ ਦੇ ਵਿੱਚ ਜੇ ਤੁਸੀਂ ਦੇਖੋਗੇ ਕਿ ਛੋਟਾ ਕਿਸਾਨ ਖੜੂਗਾ ਕਿੱਥੇ? ਬਿਲਕੁਲ ਬਿਲਕੁਲ। ਮੰਨ ਲਓ 2 ਕਿੱਲੇ ਵਾਲਾ, 3 ਕਿੱਲੇ ਵਾਲਾ ਆਪਣੀ ਫਸਲ ਜਿਹੜੀ ਕਿ ਉਹਦੇ ਵਿੱਚੋਂ ਕਿੱਲਾ ਕਣਕ ਵੀ ਬੀਜੂਗਾ ਖਾਣ ਵਾਸਤੇ, 1.5-2 ਕਿੱਲਾ ਜਿਹੜੀ ਫਸਲ ਆ ਉਹ ਪਹਿਲਾਂ ਟਰੱਕ ਕਰਕੇ, ਟਰੱਕ ਵਾਲੇ ਨੂੰ ਕੋਈ 20-50 ਹਜ਼ਾਰ ਰੁਪਏ ਪੱਲਿਓਂ ਭਰ ਕੇ, ਉਸ ਵੇਲੇ ਜਦੋਂ ਉਹਦੇ ਤੇ ਪਹਿਲਾਂ ਹੀ ਬੋਝ ਹੋਏਗਾ ਕਿ ਮੈਂ ਕਰਜ਼ਾ ਵੀ ਦੇਣਾ ਔਰ ਅਗਲੀ ਫਸਲ ਵਾਸਤੇ ਖੇਤ ਤਿਆਰ ਵੀ ਕਰਨਾ ਹੈ, ਕਿ ਉਹ ਦਿੱਲੀ ਬੰਬੇ ਜਾ ਕੇ ਧੱਕੇ ਖਾ ਸਕਦਾ? ਬਿਲਕੁਲ ਨਹੀਂ। ਜੀ ਜੀ। ਔਰ ਜੇ ਐਸਾ ਹੁੰਦਾ, ਕੁਛ ਲੋਕ ਤਰਕ ਦਿੰਦੇ ਆ ਸਾਡੇ ਪੰਜਾਬੀ, ਜੇ ਕੁਛ ਐਸਾ ਹੁੰਦਾ ਤਾਂ ਨਾਸਕ ਦੇ ਕਿਸਾਨ ਖੁਦਕੁਸ਼ੀਆਂ ਨਾ ਕਰਦੇ, ਉਹ ਆਪਣਾ ਪਿਆਜ਼ ਫਿਰ ਪੰਜਾਬ ਲੈ ਆਉਂਦੇ। ਬਿਲਕੁਲ। ਜੇ ਐਸਾ ਸੰਭਵ ਹੁੰਦਾ ਪ੍ਰਵੀਨ ਜੀ, ਤਾਂ ਫਿਰ ਨਾਸਕ ਵਾਲਾ ਕਿਸਾਨ ਕਿਉਂ ਰੁੜਦਾ? ਬਿਲਕੁਲ ਸਹੀ। ਉਹਦਾ ਪਿਆਜ਼ ਜਿਹੜਾ ਕੌਡੀਆਂ ਦੇ ਭਾਅ ਕਿਉਂ ਵਿਕਦਾ, ਉਹ ਭਰ ਕੇ ਟਰਾਲੇ ਇੱਥੇ ਲੈ ਆਉਂਦੇ, ਨਾਰਥ ਵਾਲੇ ਪਾਸੇ ਲੈ ਆਉਂਦੇ ਜਿੱਥੇ ਪਿਆਜ਼ ਨਹੀਂ ਹੁੰਦਾ, ਘੱਟ ਹੁੰਦਾ। ਜੀ ਐਸਾ ਸੰਭਵ ਨਹੀਂ ਹੈ ਕਿਸਾਨ ਵਾਸਤੇ। ਸੋ ਦੂਜੀ ਗੱਲ ਇਹ ਆ ਕਿ ਇੱਕ ਵਾਰੀ ਕੀ ਹੁੰਦਾ, ਹੁਣ ਮੈਂ ਇੱਕ ਉਦਾਹਰਨ ਦੇਣ ਲੱਗਾ ਤੁਹਾਨੂੰ। ਜੀਓ ਆਇਆ, ਟੈਲੀਕਾਮ ਸੈਕਟਰ ਨੂੰ ਖਾ ਗਿਆ, ਆਪਣੇ ਭਰਾ ਨੂੰ ਨਹੀਂ ਛੱਡਿਆ, ਰਿਲਾਇੰਸ ਕਮਿਊਨੀਕੇਸ਼ਨ ਵੀ ਰਗੜ ਦਿੱਤੀ, ਟਾਟਾ, ਪਤਾ ਨਹੀਂ ਕਿੰਨੀਆਂ ਹੁੰਦੀਆਂ ਸੀ ਨਾ ਕੰਪਨੀਆਂ, ਯਾਦ ਆ ਤੁਹਾਨੂੰ? ਟੈਲੀਨੂਰ, ਫਲਾਣੀ, 에ਅਰਸੈਲ, ਅੱਜ ਕਿੱਧਰ ਗਈਆਂ? ਜੀਓ ਨੇ ਕੀ ਕੀਤਾ ਸੀ? ਤੁਹਾਨੂੰ ਫਸਾਇਆ ਸੀ ਨਾ ਮੱਕੜ ਜਾਲ 'ਚ। ਬਿਲਕੁਲ। ਆ ਕੇ ਪੈਕੇਜ ਦਿੱਤੇ ਤੁਹਾਨੂੰ, ਸਾਲ ਫ੍ਰੀ ਲੈ ਲਓ, ਫੇਰ ਕਰਤਾ 149 'ਚ, 248 'ਚ, ਅੱਜ 350 ਦਾ ਪੈਕ ਦਿੰਦੇ ਆ ਤੁਹਾਨੂੰ, ਉਹੀ ਜਿਹੜਾ ਫ੍ਰੀ ਦੇਣਾ ਸ਼ੁਰੂ ਕੀਤਾ ਸੀ। ਠੀਕ ਹੈ, ਉਹ ਪਹਿਲਾਂ ਰੇਟ ਦੇ ਦੇਣਗੇ ਕਿਸਾਨ ਨੂੰ, ਕਿਸਾਨ ਮੰਡੀਆਂ ਦੇ ਨਾਲ ਟੁੱਟੂਗਾ, ਬਾਅਦ ਦੇ ਵਿੱਚ ਕਿਸਾਨ ਦੇ ਨਾਲ ਉਹੀ ਹੋਣੀ ਆ ਜਿਹੜੀ ਜੀਓ ਕਸਟਮਰ ਦੇ ਨਾਲ ਹੋਈ ਆ। ਜੀ ਬਿਲਕੁਲ। ਇਹ ਮੇਰੀ ਗੱਲ ਯਾਦ ਰੱਖ ਲਿਓ। ਮੈਂ ਤੁਹਾਡੇ ਐਸੇ ਪ੍ਰੋਗਰਾਮ 'ਚ ਕਈ ਹਫ਼ਤੇ ਪਹਿਲਾਂ ਹੀ ਪੇਸ਼ੀਨਗੋਈ ਕਰ ਦਿੱਤੀ ਸੀ ਕਿ ਇਹ ਮੰਡੀਕਰਨ ਦੇ ਢਾਂਚੇ ਨੂੰ ਤਬਾਹ ਕਰਨ ਜਾ ਰਹੇ ਆ, MSP ਖਤਮ ਕਰਨ ਜਾ ਰਹੇ ਆ। ਖੇਤੀ ਲਾਗਤ ਅਤੇ ਕਮਿਸ਼ਨ ਮੁੱਲ ਨੇ ਪਿਛਲੇ ਸਾਲ ਕਿਹਾ ਸੀਗਾ ਕਿ ਸਾਥੋਂ ਹੋਰ ਖਰਚੇ ਨਹੀਂ ਚੁੱਕੇ ਜਾਂਦੇ, ਪੰਜਾਬ ਤੇ ਹਰਿਆਣਾ 'ਚੋਂ ਮੰਡੀਕਰਨ ਦਾ ਢਾਂਚਾ ਖਤਮ ਕਰ ਦਿਓ। ਉਹਨਾਂ ਨੇ ਐਤਕੀ ਫੇਰ ਸਿਫਾਰਿਸ਼ ਕੀਤੀ ਆ, ਉਹ ਕਹਿੰਦੇ ਅਸੀਂ ਦਰੇੜਾ ਐਤਕੀ ਪਾਰਟੀਕੂਲਰ ਪੰਜਾਬ ਤੇ ਹਰਿਆਣੇ ਦਾ ਨਾਂ ਲਿਆ ਉਹਨਾਂ ਨੇ।
ਕਿ ਇੱਥੇ ਖਰਚੇ ਸਾਡੇ ਤੋਂ ਨਹੀਂ ਚੁੱਕੇ ਜਾਂਦੇ, ਤਾਂ ਦੇਖੋ ਉਹਦੇ ਨਾਲ ਸਾਡੇ ਤੇ ਕੀ ਅਸਰ ਪੈਣਾ। ਹੁਣ ਧਿਆਨ ਨਾਲ ਸੁਣਿਓ ਜੀ, ਅਸੀਂ ਬਹੁਤ ਸਾਰੇ ਫੰਡ ਜਿਹੜੇ ਆ ਨਾ ਮੰਡੀਕਰਨ ਢਾਂਚੇ ਚੋਂ ਕੱਢਦੇ ਆ ਜੀ। ਦੁਨੀਆ ਦੇ ਵਿੱਚ ਦੇਖੋ ਚੰਗੀਆਂ ਚੀਜ਼ਾਂ ਤੇ ਨਾਜ਼ ਵੀ ਕਰਿਆ ਕਰੋ, ਮਾਣ ਵੀ ਕਰਿਆ ਕਰੋ। ਦੁਨੀਆ ਦੇ ਵਿੱਚ ਮੰਡੀਕਰਨ ਦਾ ਐਸਾ ਢਾਂਚਾ ਬਹੁਤ ਘੱਟ ਦਿਖਾਈ ਦੇਗਾ ਜਿਹੜਾ ਪੰਜਾਬ 'ਚ ਆ ਜੀ। ਪੰਜਾਬ ਬਚਿਆ ਇਸੇ ਕਰਕੇ ਸੀਗਾ। ਹੁਣ ਦੇਖੋ ਕਿ ਜਦੋਂ ਤੁਸੀਂ ਫਸਲ ਲੈ ਕੇ ਮੰਡੀ 'ਚ ਜਾਂਦੇ ਹੋ ਜੀ, ਸਭ ਤੋਂ ਪਹਿਲਾਂ ਤੁਸੀਂ ਆੜ੍ਹਤੀ ਕੋਲ ਜਾਂਦੇ ਨਾ, ਲਾਲਾ ਜੀ ਸਤਿ ਸ੍ਰੀ ਅਕਾਲ, ਮੈਂ ਆ ਗਿਆ ਫਸਲ ਲੈ ਕੇ। ਲਾਲਾ ਜੀ ਦੀ ਰੋਜੀ ਰੋਟੀ ਸ਼ੁਰੂ ਹੋ ਗਈ ਜੀ, ਨਾਲ ਉਹਦਾ ਮਨੀਮ ਸ਼ੁਰੂ ਹੋ ਗਿਆ, ਫਿਰ ਉਹਦੀ ਜਿਹੜੀ ਅੱਗੇ ਲੇਬਰ ਰੱਖੀ ਹੈ ਜੀ, ਸਾਰਿਆਂ ਦੀ ਰੋਜੀ ਰੋਟੀ ਉੱਥੇ ਸ਼ੁਰੂ ਹੋ ਗਈ ਨਾ ਜੀ। ਬਿਲਕੁਲ ਉਸ ਫਸਲ ਦੀ ਖਰੀਦੋ ਫਰੋਖਤ ਤੋਂ ਫਿਰ ਤੁਹਾਡੇ ਫੰਡ ਇਕੱਠੇ ਹੁੰਦੇ ਆ ਜੀ, ਜਿਨ੍ਹਾਂ ਦੇ ਨਾਲ ਮੰਡੀਕਰਨ ਬੋਰਡ ਦੀਆਂ ਤੁਸੀਂ ਵੇਖਿਆ ਹੋਣਾ ਨਾ ਬੋਰਡ ਲੱਗੇ ਹੁੰਦੇ ਆ, ਸੜਕਾਂ ਬਣਦੀਆਂ, ਸੜਕਾਂ ਪੰਜਾਬ ਮੰਡੀ ਬੋਰਡ। ਬਿਲਕੁਲ ਜੀ, ਪੇਂਡੂ ਵਿਕਾਸ ਫੰਡ ਲਿਆ ਜਾਂਦਾ ਹੈ, ਲਿਆ ਜਾਂਦਾ ਬਿਲਕੁਲ। ਔਰ ਮੇਰੇ ਖਿਆਲ ਦੇ ਨਾਲ ਜ਼ਿਆਦਾ ਨਹੀਂ 4-5 ਹਜ਼ਾਰ ਕਰੋੜ ਦਾ ਸਰਕਾਰ ਦਾ ਮਾਲੀਆ ਰਗੜਿਆ ਜਾਊਗਾ ਜੀ, ਇਹ ਢਾਂਚਾ ਟੁੱਟਦਾ ਹੈ। ਇਸ ਤੋਂ ਇਲਾਵਾ ਲਾ ਲਓ ਕਿ ਜੇ 25,000 ਆੜ੍ਹਤੀ ਹੈ ਤੇ 50,000 ਉਹਦਾ ਮਨੀ ਮੁਨਸ਼ੀ ਵੀ ਤਾਂ ਹੋਊਗਾ, 50,000 ਉਹ ਹੈ ਤੇ ਕੋਈ ਲਾ ਲਓ ਕਿ ਅਗਾਂਹ 2.5-3 ਲੱਖ ਲੇਬਰ ਵਾਲਾ ਵੀ ਹੋਊਗਾ ਜੀ। ਬਿਲਕੁਲ, ਫਿਰ ਉਹਨਾਂ ਦੇ ਨਾਲ ਟਰਾਂਸਪੋਰਟ ਵਾਲਾ ਜੁੜਿਆ, ਜੇ ਮੰਡੀਕਰਨ ਢਾਂਚਾ ਨਾ ਰਿਹਾ ਉਹ ਵੀ ਗਿਆ, ਕਿੰਨੇ ਲੱਖਾਂ ਤੱਕ ਅਸਰ ਪਊਗਾ ਜੀ। ਦੂਰ ਰਸ ਜਿਹੜੇ ਸਿੱਟੇ ਆ ਨਾ, ਦੂਰ ਅਗਾਮੀ ਸਿੱਟੇ ਜਿਹੜੇ ਆ ਉਹ ਪਹਿਲਾਂ ਵਿਚਾਰ ਲੈਣੇ ਚਾਹੀਦੇ ਆ ਜੀ। ਜਿਹੜੀਆਂ ਕੌਮਾਂ ਇਸ ਤਰ੍ਹਾਂ ਵਿਚਾਰ ਕਰ ਲੈਂਦੀਆਂ ਉਹ ਮਾਰ ਨਹੀਂ ਖਾਂਦੀਆਂ। ਪੰਜਾਬ ਨੂੰ ਸਭ ਤੋਂ ਜਾਗਰੂਕ ਕਿਸਾਨ ਦੇ ਤੌਰ ਤੇ ਸਮਝਿਆ ਜਾਂਦਾ ਹੈ ਕਿ ਇੱਥੋਂ ਦਾ ਕਿਸਾਨ ਬਹੁਤ ਜ਼ਿਆਦਾ ਜਾਗਰਿਤ ਆ, ਕਿਉਂਕਿ ਲੋਕ ਸਾਡੇ ਵੇਲੇ ਨਾਲ ਬਾਹਰਲੇ ਦੇਸ਼ਾਂ 'ਚ ਚਲੇ ਗਏ, ਉਹਨਾਂ ਨੇ ਬਹੁਤ ਜਾਗਰਤੀ ਫੈਲਾਈ ਆ। ਸੋ ਸਾਨੂੰ ਸਮਝਣਾ ਪਏਗਾ ਇਸ ਖੇਡ ਨੂੰ। ਦੇਖੋ ਇੱਕ ਵਾਰੀ ਤੇ ਤੁਹਾਨੂੰ ਚੰਗਾ ਲੱਗੇਗਾ, ਹੋ ਸਕਦਾ ਮੇਰੀਆਂ ਗੱਲਾਂ ਵੀ ਮੰਦੀਆਂ ਲੱਗਣ, ਪਰ ਜਦੋਂ ਤੁਸੀਂ ਭਵਿੱਖ ਦੀ ਬਾਰੀ 'ਚ ਝਾਕੋਗੇ ਨਾ ਤਾਂ ਬਾਹਰ ਮੰਜ਼ਰ ਤਬਾਹੀ ਵਾਲਾ ਨਜ਼ਰ ਆਏਗਾ। ਸੋ ਹੌਲੀ ਹੌਲੀ ਇਹ ਕੀ ਕਰ ਰਿਹਾ, ਇਹਨਾਂ ਦਾ ਮੰਤਵ ਕੀ ਆ ਕਿ ਕਾਰਪੋਰੇਟ ਨੂੰ ਖੇਤਾਂ 'ਚ ਉਤਾਰ ਕੇ ਕਿਸਾਨ ਆ ਜਿਹੜੇ ਉਹ 20% ਰੱਖ ਲਏ ਜਾਣ, ਬਾਕੀ ਜਿਹੜੇ ਕਿਸਾਨ ਆ ਮਤਲਬ ਕਿ ਹੁਣ ਜਿੱਦਾਂ ਲਾ ਲਓ ਉਦਾਹਰਣ ਦੇ ਤੌਰ ਤੇ ਮੈਂ ਕਹਿ ਰਿਹਾ ਕਿ ਮੇਰਾ ਕੋਈ 3 ਕਿੱਲਿਆਂ ਦਾ ਖੇਤ ਹੈ ਜਾਂ 2 ਕਿੱਲਿਆਂ ਦਾ ਖੇਤ ਆ, ਠੀਕ ਹੈ, ਮੈਂ ਕੰਟਰੈਕਟ ਕਰ ਲਿਆ ਤੁਹਾਡੇ ਨਾਲ, ਤੁਸੀਂ ਕਾਰਪੋਰੇਟ ਜਗਤ ਦੇ ਪਲੇਅਰ ਹੋ ਤਾਂ ਤੁਸੀਂ ਸਾਰੇ ਪਿੰਡ ਦੇ ਵਿੱਚ ਉਹ ਕੰਟਰੈਕਟ ਕਰਨਾ ਹੈ, ਮੈਂ ਵੀ ਕਰ ਲਿਆ। ਹੁਣ ਮੈਂ ਤੁਹਾਨੂੰ ਲੀਜ਼ ਤੇ ਦੇ ਦਿੱਤੀ 30 ਸਾਲ ਲਈ, 20 ਸਾਲ ਲਈ, 10 ਸਾਲ ਲਈ। ਹੁਣ ਮੈਂ ਕੀ ਕਰੂੰਗਾ, ਕਿਉਂਕਿ ਮੈਂ ਸਕਿਲਡ ਤੇ ਹੈ ਹੀ ਨਹੀਂ ਹੈ ਜੀ। ਬਿਲਕੁਲ ਸਕਿਲਡ ਤੇ ਹੈ ਨਹੀਂ। ਔਰ ਦੂਜੀ ਗੱਲ, ਸਾਡਾ ਜਿਹੜਾ ਸੱਭਿਆਚਾਰ ਆ ਉਹਦੇ ਵਿੱਚ ਜਿਹਦੇ ਕੋਲ ਜ਼ਮੀਨ ਆ ਜੀ, ਉਹ ਤੁਹਾਨੂੰ ਪਤਾ ਹੀ ਆ ਕਿ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਹਦਾ ਸਵੈਮਾਨ ਹੋ ਜਾਂਦਾ ਹੈ। ਮੈਂ ਜੱਟ ਆ, ਮੈਂ ਜ਼ਿਮੀਂਦਾਰ ਆ, ਉਹ ਦੂਜੀ ਦਿਹਾੜੀ ਵੀ ਨਹੀਂ ਕਰ ਸਕਦਾ ਜਾ ਕੇ, ਲੇਬਰਿੰਗ ਵੀ ਨਹੀਂ ਕਰ ਸਕਦਾ, ਉਹ ਚੌਕੀਦਾਰਾ ਵੀ ਨਹੀਂ ਕਰ ਸਕਦਾ, ਹੋਰ ਉਹਦੇ ਕੋਲ ਕੁਛ ਹੈ ਨਹੀਂ, ਤਾਂ ਉਹ ਕੀ ਕਰੇਗਾ ਫਿਰ? ਜੇ ਮੰਨ ਲਓ ਉਹਨੇ ਕੋਈ ਕੰਮ ਕਰਨਾ ਵੀ ਆ, ਕੋਈ ਮੁਸੀਬਤ ਪੈ ਗਈ, ਜੋ ਉਹਨੂੰ ਦਿੱਤਾ ਜਾ ਰਿਹਾ ਉਹਦੇ ਤੋਂ ਐਕਸਟਰਾ ਮੰਨ ਲਓ ਕੱਲ ਨੂੰ ਉਹਦੀਆਂ ਜ਼ਰੂਰਤਾਂ ਵੱਧ ਗਈਆਂ ਤਾਂ ਕੀ ਕਰੇਗਾ? ਫਿਰ ਆਪਣੇ ਖੇਤ ਦੇ ਵਿੱਚ ਕੰਮ ਕਰੇਗਾ ਕਿ ਯਾਰ ਲੋਕਾਂ ਨੂੰ ਘੱਟੋ ਘੱਟ ਇਹ ਤੇ ਮੈਂ ਕਹਿ ਦੂੰਗਾ ਨਾ, ਮੈਂ ਕਿਹੜਾ ਬਗਾਨੇ ਦੇ ਜਾ ਕੇ ਦਿਹਾੜੀ ਕਰਦਾ, ਆਪਣੇ ਖੇਤ 'ਚ ਦਿਹਾੜੀ ਕਰਦਾ। ਬਣ ਗਏ ਨਾ ਲੇਬਰਰ ਤੁਸੀਂ, ਬਿਲਕੁਲ ਬਣਾਤਾ ਨਾ ਕਾਰਪੋਰੇਟ ਨੇ ਤੁਹਾਨੂੰ ਮਜ਼ਦੂਰ, ਆਪਦੇ ਖੇਤ 'ਚ ਤੁਹਾਨੂੰ ਮਜ਼ਦੂਰ ਬਣਾ ਦਿੱਤਾ। ਸੋ ਇਹ ਖੇਡ ਹੈ ਇਹਨਾਂ ਦਾ। ਦੇਖੋ ਜਿਹੜੀ ਹੁੰਦੀ ਆ ਨਾ ਇਸ ਤਰ੍ਹਾਂ ਦੀ ਲੌਬੀ, ਪਹਿਲੀ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਅੱਗੇ ਹੁੰਦੀ ਸੀ ਲੌਬਿੰਗ ਕਾਰਪੋਰੇਟ ਦੀ, ਅੱਜ ਕੱਲ ਲੌਬਿੰਗ ਨਹੀਂ ਹੈ ਜੀ। ਅੱਜ ਕੱਲ ਸਿੱਧਾ ਸਾਫ਼ ਸਪਸ਼ਟ ਹੈ ਕਿ ਸਰਕਾਰਾਂ ਹੀ ਖਰੀਦੋ ਜੀ, ਸੰਸਦਾ ਹੀ ਖਰੀਦ ਲਓ, ਸੈਕਟਰੀਏਟ ਦੇ ਵਿੱਚ ਆਪਣੇ ਬੰਦੇ ਬਿਠਾ ਦਿਓ ਜੀ, ਕਿੱਧਰ ਭੱਜੂਗਾ? ਇਹਨਾਂ ਦਾ ਇਹ ਫਾਰਮੂਲਾ ਸੀਗਾ ਕਿ ਕਾਨੂੰਨਾਂ ਦੇ ਵਿੱਚ ਸੋਧ ਕਰਾਈ ਜਾਵੇ ਜੀ। ਇਹ ਫਾਰਮੂਲਾ ਜਿਹੜਾ ਤੁਹਾਨੂੰ ਪਤਾ ਹੀ ਹੈ, ਨਰਿੰਦਰ ਮੋਦੀ ਦੀ ਸਰਕਾਰ ਆਈ ਜਦੋਂ, ਭੂਮੀ ਗ੍ਰਹਿਣ ਕਾਨੂੰਨ ਨੂੰ ਲੈ ਕੇ ਕਿੰਨਾ ਬਵਾਲ ਹੋਇਆ ਸੀ, ਬਹੁਤ ਜ਼ਿਆਦਾ। ਉਸ ਤੋਂ ਬਾਅਦ ਫਿਰ ਇਹਨਾਂ ਨੇ ਬੀ ਫਾਰਮੂਲਾ ਕੱਢ ਲਿਆ ਜੀ ਕਿ ਇੱਕ ਪਾਸੇ ਇਹ ਜਿਹੜਾ ਕੰਮ ਆ ਉਹ ਥੋੜਾ ਜਿਹਾ ਉਖਿਆਰਾ ਵਾ ਕਿ ਲੋਕ ਜਿਹੜੇ ਆ ਜ਼ਮੀਨ ਨੂੰ ਆਪਣੀ ਮਾਂ ਮੰਨਦੇ ਆ, ਬਹੁਤ ਔਖਾ ਇਹਨਾਂ ਨੂੰ ਜਾੜਨਾ, ਤਾਂ ਬੀ ਫਾਰਮੂਲਾ ਜਿਹੜਾ ਉਹ ਸਾਡੇ ਤੇ ਇੰਪਲੀਮੈਂਟ ਕੀਤਾ ਜਾ ਰਿਹਾ, ਔਰ ਇਹਦਾ ਅਸਰ ਆ ਜਿਹੜਾ ਉਹ ਪੰਜਾਬ ਤੇ ਹਰਿਆਣਾ ਦੇ ਕਿਸਾਨ ਤੇ ਬਹੁਤ ਬੁਰਾ ਪੈਣ ਜਾ ਰਿਹਾ। ਇਹ ਗੱਲ ਸੋਚਣੀ ਪਏਗੀ, ਵਿਚਾਰਨੀ ਪਏਗੀ। ਤਾਂ ਜੇ ਤੁਸੀਂ ਓਪਨ ਮਾਰਕੀਟ ਦੇ ਵਿੱਚ ਗਏ, ਮਾਰਕੀਟ ਦਾ ਚਰਿੱਤਰ, ਬਾਜ਼ਾਰ ਦਾ ਚਰਿੱਤਰ ਆਪਾਂ ਕਹਿ ਨਹੀਂ ਦਿੰਦੇ ਫਲਾਣਾ ਬਾਜ਼ਾਰੂ ਹੈ ਜੀ, ਬਿਲਕੁਲ ਬਾਜ਼ਾਰ ਦਾ ਚਰਿੱਤਰ, ਮਾਫ ਕਰਨਾ ਭਾਈ ਸਾਹਿਬ, ਬਹੁਤ ਗੰਦਾ ਹੁੰਦਾ ਹੈ। ਉੱਥੇ ਮਾੜਾ ਲੁੱਟਿਆ ਜਾਂਦਾ ਜੀ, ਤੇ ਜਿਹੜਾ ਡੱਡ ਹੈ
ਉਹ ਖੂਨ ਪੀ ਪੀ ਕੇ, ਖੂਨ ਚੂਸ ਚੂਸ ਕੇ, ਮਾਸ ਖਾ ਖਾ ਕੇ ਗੋਗਣਾ ਕੱਢ ਲੈਂਦਾ ਹੈ। ਇਹ ਬਾਜ਼ਾਰ ਦਾ ਚਰਿੱਤਰ ਹੈ। ਇਸ ਚਰਿੱਤਰ ਨੂੰ ਸਮਝਣ ਦੀ ਜ਼ਰੂਰਤ ਆ। ਸੋ ਕਿਸਾਨ ਵਾਸਤੇ ਬਹੁਤ ਸੰਕਟਮਈ ਦੌਰ ਆ। ਜਿੰਨੀ ਜਲਦੀ ਹੁੰਦਾ ਹੁਣ ਅਕਾਲੀਆਂ ਨੂੰ ਫੈਸਲਾ ਕਰ ਲੈਣਾ ਚਾਹੀਦਾ ਹੈ। ਬਿਲਕੁਲ, ਸਿਆਸੀ ਤੰਜ਼ੀਮਾਂ ਦੀ ਵੀ ਇੱਕ ਤਰ੍ਹਾਂ ਨਾਲ ਇਮਤਿਹਾਨ ਹੈ। ਬਿਲਕੁਲ, ਕਿਸੇ ਨੇ ਕਿਹਾ ਨਾ ਇੱਕ ਧਿਰ ਛੱਡਣੀ ਪਊ, ਮਿੱਤਰ ਛੁੱਟਣਗੇ ਜਾਂ ਮਾਪੇ। ਜੀ ਜੀ, ਹੁਣ ਪੰਜਾਬ ਵਾਲੇ ਪਾਸੇ ਖੜੋ ਜਾਂ ਕੁਰਸੀ ਵਾਲੇ ਪਾਸੇ ਖਲੋਵੋ। ਕਿਸ ਮੂੰਹ ਨਾਲ ਤੁਸੀਂ ਕਹੋਗੇ ਕਿ ਅਸੀਂ ਕਿਸਾਨ ਹਿਤੈਸ਼ੀ ਹਾਂ? ਜੀ ਬਿਲਕੁਲ, ਤੁਸੀਂ ਸਰਕਾਰ ਦਾ ਹਿੱਸਾ ਹੋ ਜੀ। ਔਰ ਸਾਡੇ ਕੈਪਟਨ ਸਾਹਿਬ ਨੂੰ ਵੀ ਫੈਸਲਾ ਕਰਨਾ ਪਊਗਾ, ਕਿਉਂਕਿ ਇਹਨਾਂ ਨੇ ਥੋੜਾ ਸਮਾਂ ਪਹਿਲਾਂ ਹੀ ਸੋਧ ਕਰ ਦਿੱਤੀ ਸੀ ਕਿ ਤੁਸੀਂ ਇਸ ਤਰ੍ਹਾਂ ਦੇ ਸਟੋਰ ਬਣਾ ਸਕਦੇ ਹੋ। ਐਕਟ ਦੇ ਵਿੱਚ ਸੋਧ ਕੀਤੀ ਹੋਈ ਹੈ ਕੈਪਟਨ ਸਾਹਿਬ ਨੇ ਵੀ। ਸਭ ਰਲ ਗੱਡ ਮੱਡ ਹੈ। ਜੀ ਜੀ, ਤੁਹਾਨੂੰ ਮੈਂ ਦੱਸਾਂ, ਕਿਉਂਕਿ ਮਨਪ੍ਰੀਤ ਸਿੰਘ ਬਾਦਲ ਆ ਕੇ ਇੱਕ ਵਾਰੀ ਪਿੱਟੇ ਸਨ ਨਾ ਕਿ ਐਮਐਸਪੀ ਤੋੜਨ ਜਾ ਰਹੇ ਆ ਜੀ, ਪਰ ਪਹਿਲਾਂ ਕੀ ਉਹਨਾਂ ਨੂੰ ਮੀਟਿੰਗਾਂ 'ਚ ਅਗਾਹ ਨਹੀਂ ਸੀ ਕੀਤਾ ਗਿਆ? ਯਕਦਮ ਥੋੜੀ ਨਾ ਦੱਸਿਆ ਗਿਆ। ਤੇ ਜੇ ਅਗਾਹ ਕੀਤਾ ਗਿਆ ਸੀ, ਕਾਂਗਰਸ ਨੇ ਕੀ ਕੀਤਾ? ਜੀ ਜੀ ਜੀ, ਕਾਂਗਰਸ ਸੂਬਾ ਦੀ ਸੱਤਾ 'ਚ ਤੇ ਹੈ ਹੀ ਹੈ। ਸੂਬੇ ਦੀ ਇਸ ਵੇਲੇ ਵਾਗਡੋਰ ਤਾਂ ਸਾਂਭਦੀ ਪਈ ਆ, ਪਰ ਨਾਲ ਉਹ ਇੱਕ ਨੈਸ਼ਨਲ ਪਾਰਟੀ ਵੀ ਆ, ਆਪੋਜੀਸ਼ਨ ਵੀ ਹੈ। ਜੀ ਜੀ, ਤਾਂ ਉਹਨੇ ਦੇਸ਼ ਦੇ ਵਿੱਚ ਕੀ ਕੀਤਾ ਮੈਨੂੰ ਦੱਸੋ? ਕੋਈ ਵੀ ਕਾਂਗਰਸੀ ਵੀਰ ਮੈਨੂੰ ਦੱਸ ਦੇਵੇ ਕਿ ਉਹਨਾਂ ਨੇ ਦੇਸ਼ ਵਿਆਪੀ ਕੋਈ ਅੰਦੋਲਨ ਸਿਹੜਿਆ, ਕੋਈ ਛੇੜਿਆ, ਕੋਈ ਉਹਨਾਂ ਨੇ ਜਾਗਰਤੀ ਲਹਿਰ ਪੈਦਾ ਕੀਤੀ ਕਿ ਭਾਈ ਆਉਣ ਵਾਲਾ ਸਮਾਂ ਇਹੋ ਜਿਹਾ। ਜੀ ਬਿਲਕੁਲ। ਸੋ ਇਹ ਸਮਾਂ ਜਿਹੜਾ ਬਹੁਤ ਬੁਰਾ, ਬਹੁਤ ਭਿਆਨਕ ਹੈ ਕਿਸਾਨਾਂ ਵਾਸਤੇ। ਦੇਖੋ, ਕਿਸਾਨ ਰੁਲ ਜਾਏਗਾ, ਦੇਸ਼ ਰੁਲ ਜਾਣਾ ਹੈ। ਇਹ ਗੱਲ ਤੈਅ ਆ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹੁਣ ਦੇਖੋ ਕਰੋਨਾ ਕਾਲ ਦੇ ਵਿੱਚ ਤੇ ਖੇਤੀ ਨੂੰ ਸਪੋਰਟ ਕਰਨ ਦੀ ਜ਼ਰੂਰਤ ਸੀ ਕਿ ਰੁਜ਼ਗਾਰ ਵੱਧਦਾ, ਮਨਰੇਗਾ ਵਾਲਿਆਂ ਨੂੰ ਵੀ ਇੱਧਰ ਲਿਆਂਦਾ ਜਾਂਦਾ, ਪਰ ਕਿਸਾਨ ਨੂੰ ਹੋਰ ਸਮੱਸਿਆ ਦਿੱਤੀ ਜਾ ਰਹੀ ਹੈ। ਪਰ ਕਿਸਾਨ ਦੀ ਸਮੱਸਿਆ ਦਾ ਹਾਲ ਹੀ ਇਹ ਹੈ ਕਿ ਕਿਸਾਨ ਦੀ ਵਿਪਤਾ ਦਾ ਹੱਲ ਨਾ ਹੋਵੇ। ਨੇਤਾ ਕੋਲ ਪੈਕੇਜ 80 ਨੇ, ਅੰਤ ਸਮੱਸਿਆ ਖਤਮ ਕਰ ਦਿੱਤੀ 2 ਗਜ ਦੀ ਰੱਸੀ ਨੇ। ਠੀਕ ਹੈ ਨਾ? ਫਿਰ ਉਹਦੇ ਕੋਲ ਸਮੱਸਿਆ ਜਿਹੜੀ ਆ ਉਹ ਰੱਸੀ ਹੀ ਖਤਮ ਕਰਨ ਜੋਗੀ ਰਹਿ ਜਾਂਦੀ ਆ। ਸੋ ਇਸ ਸਮੱਸਿਆ ਨੂੰ ਰੱਸੀ ਤੱਕ ਨਾ ਪਹੁੰਚਣ ਦਈਏ। ਸਾਰੇ ਲੋਕ, ਚਾਹੇ ਅਸੀਂ ਖੇਤੀ ਨਾਲ ਜੁੜੇ ਆ ਜਾਂ ਨਹੀਂ, ਸਾਨੂੰ ਆਪਣਾ ਕਿਸਾਨ ਬਚਾਉਣ ਵਾਸਤੇ ਜ਼ਰੂਰ ਹਾਂ ਦਾ ਨਾਰਾ ਮਾਰਨਾ ਚਾਹੀਦਾ। ਜੀ ਮਿੰਟੂ ਜੀ, ਇਸ ਪੂਰੇ ਮਾਮਲੇ ਦੀ ਤਫਸੀਲ ਦੱਸਣ ਤੋਂ ਇਲਾਵਾ ਤੁਸੀਂ ਬਹੁਤ ਸਾਰੀਆਂ ਟਕੋਰਾਂ ਮਿਲਾਈਆਂ ਨੇ, ਬਹੁਤ ਸਾਰੀ ਜਾਗਰਤੀ ਛੱਡਣ ਦਾ ਯਤਨ ਵੀ ਕੀਤਾ, ਭਰਪੂਰ ਯਤਨ ਕੀਤਾ ਮੈਂ ਤਾਂ ਕਹੂੰਗਾ। ਰੁਝੇਵਿਆਂ ਦੇ ਬਾਵਜੂਦ ਤੁਸੀਂ ਸਾਡੇ ਨਾਲ ਜੁੜੇ, ਸਾਡੇ ਨਾਲ ਸਾਂਝ ਪਾਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਮ ਤੌਰ ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਚਲੰਤ ਪੱਖ ਦੇ ਮਸਲਿਆਂ ਤੇ ਚਰਚਾ ਕਰਦੇ ਹਾਂ, ਪਰ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਸੀ ਇਹ ਮਸਲਿਆਂ ਤੋਂ ਹਟ ਕੇ ਪੰਜਾਬ ਲਈ ਸੀ, ਇਹ ਪੰਜਾਬ ਦੀ ਕਿਸਾਨੀ ਲਈ ਸੀ। ਸਾਡੀ ਤੁਹਾਨੂੰ ਇਹੋ ਦਰਖਾਸਤ ਹੈ ਕਿ ਜੇਕਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗਿਆ ਤਾਂ ਇਸ ਨੂੰ ਸੁਣ ਕੇ ਸ਼ੇਅਰ ਜ਼ਰੂਰ ਕਰਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।